ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਆਪਣੇ YouTube ਚੈਨਲ ਟਰੂ ਪ੍ਰਮੋਸ਼ਨ ਤੇ ਸਾਰਿਆਂ ਦਾ ਸਵਾਗਤ ਕਰਦਾ ਹਾਂ। ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਟੈਲੈਂਟ ਦੀ, ਜਿਹੜੀਆਂ ਹਾਊਸਵਾਈਫ ਜਿਨ੍ਹਾਂ ਕੋ ਬਹੁਤ ਹੀ ਉੱਚ ਦਰਜੇ ਦਾ ਟੈਲੈਂਟ ਹੁੰਦਾ ਹੈ, ਲੇਕਿਨ ਮੈਰਿਜ ਤੋਂ ਬਾਅਦ ਕਿਤੇ ਨਾ ਕਿਤੇ ਉਹ ਘਰ ਦੇ ਵਿੱਚ ਹੀ ਦੱਬ ਕੇ ਰਹਿ ਜਾਂਦਾ ਹੈ। ਸਾਡਾ ਮੇਨ ਮਕਸਦ ਇਹੀ ਹੈ ਕਿ ਆਪਾਂ ਉਹਨਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਰੂਬਰੂ ਕਰਾਈਏ ਤੇ ਉਹਨਾਂ ਦਾ ਜੋ ਟੈਲੈਂਟ ਹੈ ਉਹਨਾਂ ਦੇ ਕੋਲ ਉਹਨੂੰ ਸਾਰਿਆਂ ਦੇ ਸਾਹਮਣੇ ਰੱਖੀਏ। ਸੋ ਅਸੀਂ ਬਹੁਤ ਹੀ ਟੈਲੈਂਟਡ ਮਿਸਿਸ ਨਿਸ਼ਾ ਜੋ ਕਿ ਦੋਸਾਂਝ ਕਲਾਂ ਤੋਂ ਨੇ, ਉਹਨਾਂ ਨਾਲ ਅੱਜ ਤੁਹਾਨੂੰ ਰੂਬਰੂ ਕਰਾਵਾਂਗੇ। ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਵੈਲਕਮ ਹੈ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ ਸੋ ਮਚ। ਸੋ ਨਿਸ਼ਾ ਜੀ, ਅਸੀਂ ਜਾਣਨਾ ਚਾਹਾਂਗੇ ਸਭ ਤੋਂ ਪਹਿਲੇ ਕਿ ਤੁਸੀਂ ਸਟਾਰਟਿੰਗ ਜਿਹੜੀ ਆਪਣੀ ਕਿਸ ਫੀਲਡ ਦੇ ਵਿੱਚ ਕੀਤੀ। ਸਟੱਡੀ ਦੀ ਗੱਲ ਕਰੀਏ, ਬਚਪਨ ਦੀ ਗੱਲ ਕਰੀਏ, ਉੱਥੋਂ ਆਪਾਂ ਸ਼ੁਰੂ ਕਰਦੇ ਹਾਂ। ਤੁਸੀਂ ਉਹਦੇ ਬਾਰੇ ਜਾਣਕਾਰੀ ਦਿਓ। ਮੈਂ ਬਹੁਤ ਜ਼ਿਆਦਾ ਨਾਰਮਲ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ। ਮੈਂ ਜਲੰਧਰ ਦੇ ਪਿੰਡ ਪਤਾਰਾ ਤੋਂ, ਜਿੱਦਾਂ ਮੇਰੇ ਪੇਕੇ ਜਿਹੜੇ ਹੈਗੇ ਆ ਉਹ ਜਲੰਧਰ ਦੇ ਪਿੰਡ ਪਤਾਰਾ ਦੇ ਵਿੱਚ ਹੈਗੇ ਆ। ਅਸੀਂ 4 ਸਿਸਟਰਸ ਆ ਤੇ ਮੇਰੇ ਪਾਪਾ ਜਿਹੜੇ ਆਰਮੀ ਤੋਂ ਰਿਟਾਇਰਡ ਸੀ। ਤੇ ਮੈਂ ਆਪਣੀ ਸਕੂਲਿੰਗ ਵੀ ਪਤਾਰਾ ਦੇ ਇੱਕ ਗਵਰਨਮੈਂਟ ਸਕੂਲ ਦੇ ਵਿੱਚ ਕੀਤੀ, ਜਿੱਥੇ ਮੈਂ 10th ਤੱਕ ਕੀਤੀ। ਦੇਖਿਆ ਜਾਵੇ ਤਾਂ ਤੁਹਾਡੀ ਜਿਹੜੀ ਸਟੱਡੀ ਹੈ ਉਹ ਨਾਰਮਲ ਜੋ ਆਪਾਂ ਕਹਿ ਦਈਏ ਮਿਡੋਕਰ ਫੈਮਿਲੀ ਨੂੰ ਬਿਲੋਂਗ ਕਰਦੀ, ਉਸ ਤਰ੍ਹਾਂ ਹੋਈ। ਉਸ ਤੋਂ ਬਾਅਦ ਦਾ ਸਫ਼ਰ ਜਿਹੜਾ ਤੁਸੀਂ +1 +2 ਫਿਰ ਕਿੱਥੇ ਕੀਤੀ? ਹਾਂਜੀ, ਮੇਰਾ ਜਿੱਦਾਂ ਸ਼ੁਰੂ ਤੋਂ ਹੀ ਮਿਊਜ਼ਿਕ ਦੇ ਵਿੱਚ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਨਾਲ ਨਾਲ ਡਰਾਇੰਗ ਦੇ ਵਿੱਚ। ਪਰ ਜਦੋਂ ਆਪਾਂ ਸਕੂਲ ਦੇ ਵਿੱਚ ਸੀ, ਮੈਂ ਉਦੋਂ ਇੰਨਾ ਜ਼ਿਆਦਾ ਸਕੋਪ ਨਹੀਂ ਸੀਗਾ। ਤੇ ਮੈਂ ਫਿਰ ਆਪਣੀ ਜਿਹੜੀ +1 ਵਿੱਚ ਮੈਂ ਐਡਮਿਸ਼ਨ ਲਈ ਖਾਲਸਾ ਕਾਲਜ, ਲਾਇਰਪੁਰ ਖਾਲਸਾ ਕਾਲਜ ਜਲੰਧਰ ਦੇ ਵਿੱਚ। ਹਾਂਜੀ, ਉੱਥੇ ਮੈਂ ਆਪਣੀ ਐਡਮਿਸ਼ਨ ਲਈ ਤੇ ਮੈਂ +1 ਤੇ +2 ਤੇ ਗ੍ਰੈਜੂਏਸ਼ਨ ਆਪਣੀ ਲਾਇਰਪੁਰ ਖਾਲਸਾ ਕਾਲਜ ਫॉर ਵੀਮਨ ਤੋਂ ਉੱਥੋਂ ਕੀਤੀ ਜੀ। ਹਾਂਜੀ, +1 +2 ਚ ਜਿਵੇਂ ਤੁਸੀਂ ਦੱਸਿਆ ਕਿ ਤੁਹਾਨੂੰ 뮤직 ਦਾ ਸ਼ੌਂਕ ਸੀਗਾ, ਸੋ ਕਿਸ ਤਰ੍ਹਾਂ ਉਹਨੂੰ ਐਕਸਪਲੇਨ ਕਰਦੇ ਸੀ ਤੁਸੀਂ 뮤직 ਆਪਣੇ ਜਿਹੜਾ ਤੁਹਾਡੇ ਕੋਲ ਸੀਗਾ? ਹਾਂਜੀ, ਸਕੂਲ ਟਾਈਮ ਤੋਂ ਹੀ ਮੈਂ 뮤직 ਦੇ ਕੰਪੀਟੀਸ਼ਨ ਦੇ ਵਿੱਚ ਜਾਣਾ ਸਟਾਰਟ ਕਰ ਦਿੱਤਾ ਸੀ। ਮੈਂ ਤੇ ਮੇਰੀ ਸਿਸਟਰ, ਅਸੀਂ ਦੋਨੋਂ ਬਹੁਤ ਜ਼ਿਆਦਾ ਜਿੱਦਾਂ ਕੰਪੀਟੀਸ਼ਨਸ ਦੇ ਵਿੱਚ ਕੀਰਤਨ ਕਰਦੇ ਸੀ। ਮੇਰੇ ਪਾਪਾ ਨੂੰ 뮤직 ਦਾ ਸ਼ੌਂਕ ਬਹੁਤ ਜ਼ਿਆਦਾ ਸੀ, ਤਾਂ ਉਹਨਾਂ ਨੂੰ ਸੀ ਵੀ ਇੱਕ ਬੱਚਾ ਮੇਰਾ ਇਹ ਵਾਲੀ ਫੀਲਡ ਦੇ ਵਿੱਚ ਜਾਵੇ। ਹਾਂਜੀ, 뮤직 ਫੀਲਡ ਦੇ ਵਿੱਚ ਜਾਵੇ। ਪਰ ਜਦੋਂ ਮੈਂ ਖਾਲਸਾ ਕਾਲਜ ਦੇ ਵਿੱਚ ਆਪਣੀ ਐਡਮਿਸ਼ਨ ਲਈ ਸੀ, ਉੱਥੇ 뮤직 ਨੂੰ ਜਿੱਦਾਂ ਆਪਾਂ ਸਮਝ ਲੈਂਦੇ ਬਹੁਤ ਸੌਖਾ ਹੈਗਾ। ਮੈਂ ਵੀ ਸ਼ਾਇਦ ਏਦਾਂ ਸਮਝਦੀ ਸੀ ਕਿ 뮤직 ਬਹੁਤ ਜ਼ਿਆਦਾ ਈਜ਼ੀ ਹੈਗਾ, ਪਰ ਉਹ ਬਿਲਕੁਲ ਡਿਫਰੈਂਟ ਸੀਗਾ। ਤੇ ਉੱਥੇ 뮤직 ਦੇ ਕੋਈ ਸਟੂਡੈਂਟ ਇੰਨੇ ਨਾ ਹੋਣ ਕਰਕੇ ਮੇਰੇ 2 ਸਾਲ ਦਾ ਗੈਪ ਪੈ ਗਿਆ। ਹਾਂਜੀ, ਖਾਲਸਾ ਕਾਲਜ ਦੇ ਵਿੱਚ +1 ਤੇ +2 ਦੇ ਵਿੱਚ ਫਿਰ ਮੈਂ 뮤직 ਤੋਂ ਟੋਟਲੀ ਕੱਟ ਆਫ ਹੋ ਗਿਆ ਮੇਰਾ। ਹਾਂਜੀ, ਉਸ ਤੋਂ ਬਾਅਦ ਫਿਰ ਗ੍ਰੈਜੂਏਸ਼ਨ ਤੁਸੀਂ ਕਿਸ ਸਬਜੈਕਟਸ ਦੇ ਵਿੱਚ ਕੀਤੀ? ਹਾਂਜੀ, ਗ੍ਰੈਜੂਏਸ਼ਨ ਦੇ ਵਿੱਚ ਮੇਰੇ ਤੋਂ ਜਦੋਂ ਮੈਂ ਐਡਮਿਸ਼ਨ ਲਈ ਸੀ ਤਾਂ ਉੱਥੇ ਸਾਡੇ ਰੂਪਾਲੀ ਮੈਮ ਸੀ ਖਾਲਸਾ ਕਾਲਜ ਦੇ ਵਿੱਚ। ਉਹਨਾਂ ਨੇ ਸਾਨੂੰ ਫਾਈਨ ਆਰਟਸ ਦੇ ਵਿੱਚ ਮੈਂ ਐਡਮਿਸ਼ਨ ਲੈਣੀ ਸੀ, ਪਰ ਉਹਨਾਂ ਨੇ ਕਿਹਾ ਤੁਸੀਂ ਫਾਈਨ ਆਰਟਸ ਨੂੰ ਰਹਿਣ ਦਿਓ, ਤੁਸੀਂ ਕਮਰਸ਼ੀਅਲ ਆਰਟਸ ਦੇ ਵਿੱਚ ਲੈ ਲਓ। ਉਹ ਸਾਡਾ ਮੇਰੇ ਲਈ ਵੀ ਬਿਲਕੁਲ ਡਿਫਰੈਂਟ ਸੀ। ਅਸੀਂ ਸੁਣਿਆ ਨਹੀਂ ਕਦੀ ਸੀ ਵੀ ਕਮਰਸ਼ੀਅਲ ਆਰਟਸ ਕੀ ਹੁੰਦਾ। ਤੇ ਫਿਰ ਮੈਂ ਆਪਣੀ ਐਡਮਿਸ਼ਨ ਕਮਰਸ਼ੀਅਲ ਆਰਟਸ ਦੇ ਵਿੱਚ ਲੈ ਲਈ ਸੀ। ਸਾਨੂੰ ਥੋੜਾ ਜਿਹਾ ਇਹਦੇ ਬਾਰੇ ਤੁਸੀਂ ਦੱਸੋ, ਕਮਰਸ਼ੀਅਲ ਆਰਟ ਹੁੰਦਾ ਕੀ ਹੈ ਐਕਚੁਅਲ ਦੇ ਵਿੱਚ? ਐਕਚੁਅਲ ਦੇ ਵਿੱਚ ਕਮਰਸ਼ੀਅਲ ਆਰਟਸ ਹੁੰਦਾ ਹੈਗਾ ਵਪਾਰਕ ਕਲਾ, ਜਿਹਨੂੰ ਆਪਾਂ ਸਿੰਪਲ ਤੇ ਪੰਜਾਬੀ ਦੇ ਵਿੱਚ ਵਪਾਰਕ ਕਲਾ ਕਹਿ ਦਿੰਦੇ। ਜਿੱਦਾਂ ਹੁਣ ਬਿਜ਼ਨਸ ਦੇ ਵਿੱਚ ਕਈ ਹੈਗੇ ਆ, ਜਿੱਦਾਂ ਲੋਗੋ ਹੋ ਗਏ, ਕੋਈ ਪੋਸਟਰਸ ਹੋ ਗਏ, ਇਹ ਸਾਰੇ ਆਉਂਦੇ ਹੈਗੇ ਕਮਰਸ਼ੀਅਲ ਆਰਟਸ ਦੇ ਵਿੱਚ। ਇਹ ਤੋਂ ਆਪੋਜ਼ਿਟ, ਜਿੱਦਾਂ ਮੈਨੂੰ ਸਿਰਫ ਡਰਾਇੰਗ ਦਾ ਪਤਾ ਸੀ, ਜ਼ਿਆਦਾ ਲੈਂਡਸਕੇਪ ਦਾ ਪਤਾ ਸੀ, ਹੋਰ ਕੁਝ ਨਹੀਂ ਪਤਾ ਸੀਗਾ। ਪਰ ਜਦੋਂ ਫਿਰ ਮੈਨੂੰ ਹੌਲੀ ਹੌਲੀ ਪਤਾ ਲੱਗਣ ਲੱਗਾ, ਫਿਰ ਮੈਨੂੰ ਪਤਾ ਲੱਗਾ ਵੀ ਇਹ ਤਾਂ ਬਿਜ਼ਨਸ ਦੇ ਨਾਲ ਰਿਲੇਟਡ ਸਬਜੈਕਟ ਆ। ਪਰ ਅੱਜ ਕੱਲ੍ਹ ਸਾਰਾ ਕੁਝ ਡਿਜੀਟਲ ਤੇ ਕੰਪਿਊਟਰ ਦੇ ਹੋਣ ਕਰਕੇ ਇਹ ਸਾਰਾ ਕੁਝ ਜਿੱਦਾਂ ਪਿੱਛੇ ਰਹਿ ਗਿਆ ਥੋੜਾ ਜਿਹਾ। ਪਹਿਲਾਂ ਤੇ ਸਾਰੇ ਲੋਗੋ ਵਗੈਰਾ ਹੈਂਡਮੇਡ ਤਿਆਰ ਕੀਤੇ ਜਾਂਦੇ ਸੀ। ਐਕਚੁਅਲ ਚ ਜਿਹੜੇ ਆਪਾਂ ਕਹਿ ਲਈਏ ਕਿ ਵੱਡੀਆਂ ਫਰਮਸ ਨੇ, ਕੰਪਨੀਆਂ ਨੇ, ਉਹਨਾਂ ਦੇ ਲੋਗੋ ਤੁਸੀਂ ਡਰਾਇੰਗ ਹੱਥ ਦੇ ਨਾਲ ਪੈਨਸਿਲ ਸਕੈਚ ਦੇ ਨਾਲ ਤਿਆਰ ਕਰਦੇ ਸੀ? ਹਾਂਜੀ, ਅੱਛਾ, ਓਕੇ। ਇਹ ਡਿਜ਼ਾਈਨ ਸੀਗੇ ਜਿਹੜੇ ਕਮਰਸ਼ੀਅਲ ਆਰਟ ਦੇ ਵਿੱਚ ਆਉਂਦੇ। ਹਾਂਜੀ, ਠੀਕ ਹੈ। ਕਮਰਸ਼ੀਅਲ ਆਰਟ ਨੂੰ ਫਿਰ ਤੁਸੀਂ ਅੱਗੇ ਕਿਵੇਂ ਪ੍ਰਮੋਟ ਕੀਤਾ? ਕਮਰਸ਼ੀਅਲ ਆਰਟਸ ਤੇ ਮੇਰੇ ਤੋਂ ਗ੍ਰੈਜੂਏਸ਼ਨ ਦੇ ਵਿੱਚ 3 ਸਾਲ ਕਮਰਸ਼ੀਅਲ ਆਰਟਸ ਹੀ ਰਹੀ ਆ। ਪਰ ਮੇਰਾ ਸ਼ੌਂਕ ਜ਼ਿਆਦਾ ਡਰਾਇੰਗ ਦੇ ਵਿੱਚ ਜਿੱਦਾਂ ਹੋਣ ਦੇ ਕਰਕੇ ਮੈਂ ਆਪਣੀ ਕਲਾਸ ਛੱਡ ਕੇ, ਕਿਉਂਕਿ ਕਮਰਸ਼ੀਅਲ ਆਰਟਸ ਦੇ ਵਿੱਚ ਜ਼ਿਆਦਾ ਸਟੂਡੈਂਟ ਨਹੀਂ ਸੀ ਉਸ ਟਾਈਮ, ਸਿਰਫ 2 ਹੀ ਸਟੂਡੈਂਟ ਸੀਗੇ, ਮੈਂ ਤੇ ਮੇਰੀ ਇੱਕ ਫਰੈਂਡ ਹੋਰ ਸੀ। ਤੇ ਪਰ ਉਹ ਵੀ ਜ਼ਿਆਦਾਤਰ ਬੰਕ ਕਰਦੀ ਰਹਿੰਦੀ ਸੀ, ਤਾਂ ਕਰਕੇ ਮੈਂ ਜਿੱਦਾਂ ਆਪਣੀ ਕਲਾਸ ਛੱਡ ਕੇ ਫਿਰ ਮੈਂ ਦੂਸਰੀ ਕਲਾਸ 'ਚ ਜਾਣਾ ਸਟਾਰਟ ਕਰ ਦਿੱਤਾ, ਫਾਈਨ ਆਰਟਸ ਦੀ ਕਲਾਸ ਦੇ ਵਿੱਚ।
Okay. ਹਾਂਜੀ। ਤੇ ਫਿਰ ਉੱਥੋਂ ਮੈਂ ਹੌਲੀ ਹੌਲੀ ਸਾਰਾ ਕੁਝ ਸਿੱਖਣਾ ਸਟਾਰਟ ਕਰਤਾ, ਨਾਲ ਮੈਂ ਆਪਣੀ ਵੀ ਕਲਾਸ ਜਿੱਦਾਂ ਉਹ ਕਰਦੀ ਜੀ, ਸੀਗੀ, ਸਾਰਾ commercial ਸਟੱਡੀ, art, ਹਾਂਜੀ ਉਹ ਜੀ। ਵੀ ਮੈਂ ਕਰਦੀ ਸੀ। ਫਿਰ ਕਮਰਸ਼ੀਅਲ ਆਰਟਸ ਦੇ ਸਾਡੇ ਪੇਪਰ ਵੀ ਹੁੰਦੇ ਸੀ, ਉਹ BBK DAV ਕਾਲਜ ਅੰਮ੍ਰਿਤਸਰ ਦੇ ਵਿੱਚ ਹੁੰਦੇ ਜੀ। ਸੀ। ਫਿਰ ਮੈਂ ਪਤਾ ਕੀਤਾ ਆਪਣਾ ਕੈਰੀਅਰ ਅੱਗੇ ਇਹਦੇ ਵਿੱਚ ਹੀ ਲੈ ਕੇ ਜਾਵਾਂ, ਪਰ ਇੱਥੇ ਜਲੰਧਰ ਦੇ ਵਿੱਚ ਉਦੋਂ ਕਮਰਸ਼ੀਅਲ ਆਰਟਸ ਦਾ ਕੋਈ ਹੈ ਨਹੀਂ ਸੀ, ਜਿੱਦਾਂ ਪੋਸਟ ਗ੍ਰੈਜੂਏਸ਼ਨ ਵਿੱਚ ਵੀ ਜੀ ਕਮਰਸ਼ੀਅਲ ਆਰਟਸ ਦਾ ਕੋਈ ਹੈ ਨਹੀਂ ਸੀਗਾ। ਜੀ। ਮੈਂ ਪਤਾ ਕੀਤਾ ਸੀ। ਫਿਰ ਉਸ ਤੋਂ ਬਾਅਦ ਇਹ ਸਿਰਫ BBK DAV ਕਾਲਜ ਅੰਮ੍ਰਿਤਸਰ ਦੇ ਵਿੱਚ ਸੀ। ਹਾਂਜੀ, ਫਿਰ ਮੈਂ ਹੋਸਟਲ ਦੇ ਵਿੱਚ ਨਾ ਰਹਿਣ ਦੇ ਕਰਕੇ ਫਿਰ ਮੈਂ ਆਪਣੇ ਕਮਰਸ਼ੀਅਲ ਆਰਟਸ ਨੂੰ ਛੱਡ ਦਿੱਤਾ ਸੀ। ਕਮਰਸ਼ੀਅਲ ਆਰਟਸ ਤੋਂ ਬਾਅਦ ਤੁਸੀਂ ਕਿਸ ਫੀਲਡ ਦੇ ਵਿੱਚ ਫਿਰ ਆਪਣੀ ਐਜੂਕੇਸ਼ਨ ਜਿਹੜੀ ਆ ਕੰਟੀਨਿਊ ਹਾਂਜੀ, ਕੀਤੀ? ਕਮਰਸ਼ੀਅਲ ਆਰਟਸ ਤੋਂ ਬਾਅਦ ਫਿਰ ਮੈਂ ਆਪਣਾ ਮਿਊਜ਼ਿਕ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਫਰੋਮ APJ ਕਾਲਜ ਆਫ ਫਾਈਨ ਜੀ। ਆਰਟਸ। ਹਾਂਜੀ ਜੀ, ਮਤਲਬ ਕਮਰਸ਼ੀਅਲ ਆਰਟ ਤੇ ਉਸ ਤੋਂ ਬਾਅਦ ਮਿਊਜ਼ਿਕ, ਇਹ ਹਾਂਜੀ। ਦੋਵੇਂ ਅਲੱਗ-ਅਲੱਗ ਫੀਲਡ ਦੀਆਂ ਜੋ ਹੈਗੀਆਂ ਹਾਂਜੀ। ਸਟਰੀਮਸ ਜਿਹੜੀਆਂ ਨੇ, ਹਾਂਜੀ। ਤੇ ਤੁਹਾਨੂੰ ਕਿਵੇਂ ਲੱਗਾ ਜਾਂ ਕਿਸੇ ਨੇ ਮੋਟੀਵੇਟ ਕੀਤਾ ਤੁਹਾਨੂੰ ਮਿਊਜ਼ਿਕ ਫੀਲਡ ਦੇ ਵਿੱਚ ਜਾਣ ਨਾਲ, ਹਾਂਜੀ। ਕਿ ਉਹਦੇ ਬਾਰੇ ਸਾਨੂੰ ਥੋੜਾ ਜਿਹਾ? ਹਾਂਜੀ, ਸਾਡੇ ਪੇਪਰ ਹੁੰਦੇ ਸੀ ਗ੍ਰੈਜੂਏਸ਼ਨ ਦੇ ਵਿੱਚ ਵੀ ਮੇਰੇ ਕੋਲ ਮਿਊਜ਼ਿਕ ਸੀ। ਜੀ ਸਾਡੇ ਪੇਪਰ ਹੁੰਦੇ ਸੀ HMV ਕਾਲਜ। ਜਦੋਂ ਉੱਥੇ ਸਾਡੇ ਜਿੱਦਾਂ ਟੀਚਰ ਜਿਹੜੇ ਪੇਪਰ ਲੈਣ ਆਉਂਦੇ ਹੁੰਦੇ ਜੀ। ਸੀ, ਉਹ APJ ਕਾਲਜ ਦੇ ਮੈਮ ਸੀ। ਜੀ ਉਹਨਾਂ ਨੇ ਫਿਰ ਮੈਨੂੰ ਬਹੁਤ ਜ਼ਿਆਦਾ ਫੋਰਸ ਕੀਤਾ ਜੀ ਵੀ ਤੂੰ APJ ਕਾਲਜ ਵਿੱਚ ਐਡਮਿਸ਼ਨ ਲੈ, ਜੀ। ਪੋਸਟ ਗ੍ਰੈਜੂਏਸ਼ਨ ਦੇ ਵਿੱਚ ਐਡਮਿਸ਼ਨ ਲੈ ਮਿਊਜ਼ਿਕ ਵੋਕਲ ਦੇ ਵਿੱਚ। ਫਿਰ ਉਹਨਾਂ ਨੇ ਮੈਨੂੰ ਜਿੱਦਾਂ ਜ਼ਿਆਦਾ ਮੋਟੀਵੇਟ ਵੀ ਕੀਤਾ, ਫਿਰ ਗਾਈਡ ਕੀਤਾ ਮੈਨੂੰ ਜੀ। ਮਿਊਜ਼ਿਕ ਦੇ ਵਿੱਚ। ਜਿੱਦਾਂ ਮੈਂ ਉਹਨਾਂ ਨੂੰ ਦੱਸਿਆ ਵੀ ਸੀ ਮੈਂ ਬਿਲਕੁਲ ਮੈਨੂੰ ਮਿਊਜ਼ਿਕ ਦੀ ਨੌਲੇਜ ਨਹੀਂ ਹੈਗੀ, ਜਿੱਦਾਂ ਜੀ। ਕਲਾਸੀਕਲ ਮਿਊਜ਼ਿਕ ਮੈਂ ਨਾ ਤਾਂ ਪਹਿਲਾਂ ਕਦੀ ਸਿੱਖਿਆ ਸੀ। ਜੀ ਫਿਰ ਮੈਮ ਨੇ ਮੈਨੂੰ ਗਾਈਡ ਕੀਤਾ, ਨਹੀਂ ਅਸੀਂ ਉੱਥੇ ਸਾਰਾ ਸਿਖਾਉਂਦੇ ਹੈਗੇ ਜੀ, ਆ, ਬਿਲਕੁਲ। ਵੀ ਤੁਸੀਂ ਉੱਥੇ ਐਡਮਿਸ਼ਨ ਲਓ। ਫਿਰ ਮੈਂ ਉਸ ਤੋਂ ਬਾਅਦ APJ ਕਾਲਜ ਆਫ ਫਾਈਨ ਆਰਟਸ ਦੇ ਵਿੱਚ ਆਪਣੀ ਪੋਸਟ ਗ੍ਰੈਜੂਏਸ਼ਨ ਵਿੱਚ ਐਡਮਿਸ਼ਨ ਲਈ ਸੀ। ਓਕੇ, ਉਹਦੇ ਵਿੱਚ ਫਿਰ ਤੁਸੀਂ ਕਲਾਸੀਕਲ ਵੋਕਲ ਸਿੱਖਿਆ। ਹਾਂਜੀ। ਹੋਰ ਕਿਹੜੀ ਤੁਸੀਂ ਉਹਦੇ ਵਿੱਚ ਰੁਚੀ ਦਿਖਾਈ APJ ਕਾਲਜ ਜਾਣ ਤੋਂ ਬਾਅਦ? ਮੇਰੇ ਖਿਆਲ ਸ਼ਾਇਦ ਤੁਸੀਂ ਜਿਵੇਂ ਦੱਸਿਆ ਸੀ ਕਿ ਫਾਈਨ ਆਰਟ ਦੇ ਵਿੱਚ ਵੀ ਹਾਂਜੀ। ਤੁਸੀਂ ਹਾਂਜੀ। ਕੁਝ ਤੁਹਾਡੀ ਐਕਟੀਵਿਟੀ ਸੀਗੀ, ਹਾਂਜੀ। ਉਹਦੇ ਬਾਰੇ ਥੋੜਾ ਜਿਹਾ ਦੱਸੋ। ਹਾਂਜੀ, APJ ਕਾਲਜ ਦੇ ਵਿੱਚ ਵੀ ਮੇਰੇ ਉੱਥੇ ਫਾਈਨ ਆਰਟਸ ਦੇ ਫਰੈਂਡ ਸੀ। ਜੀ ਜਦੋਂ ਉੱਥੇ ਫਿਰ ਮੈਂ ਐਡਮਿਸ਼ਨ ਲੈ ਲਈ, ਮੈਂ ਬਹੁਤ ਜ਼ਿਆਦਾ ਕਨਫਿਊਜ਼ ਸੀ, ਮੈਂ ਆਪਣਾ ਜਿੱਦਾਂ ਫਾਈਨ ਆਰਟਸ ਜੀ। ਨੂੰ ਜਿੱਦਾਂ ਅੱਗੇ ਲੈ ਕੇ ਜਾਵਾਂ ਜਾਂ ਮਿਊਜ਼ਿਕ ਨੂੰ। ਜੀ ਪਰ ਫਿਰ ਉੱਥੇ ਮੈਨੂੰ ਫਿਰ ਜਦੋਂ APJ ਕਾਲਜ ਸੀ, ਉੱਥੇ ਸੁਸ਼ਮਾ ਮੈਮ ਸੀ, ਉਹਨਾਂ ਨੇ ਵੀ ਮੈਨੂੰ ਮੋਟੀਵੇਟ ਕੀਤਾ, ਤੁਸੀਂ ਐਦਾਂ ਕਰੋ ਫਾਈਨ ਆਰਟਸ ਦੇ ਵਿੱਚ ਆਪਣੀ ਐਡਮਿਸ਼ਨ ਲੈ ਲਓ, ਜੀ। ਕਿਉਂਕਿ ਉਹਨਾਂ ਨੇ ਮੇਰਾ ਥੋੜਾ ਜਿਹਾ ਕੰਮ ਦੇਖਿਆ ਹੋਇਆ ਸੀ। ਜੀ APJ ਕਾਲਜ ਦੇ ਵਿੱਚ ਮਿਊਜ਼ਿਕ ਦੀ ਫਾਈਲ ਉਹ ਸਿਰਫ ਮੈਂ ਹੀ ਬਣਾਈ ਹੋਈ ਸੀ ਕਲਾਸ ਦੇ ਵਿੱਚ। ਤੇ ਫਿਰ Okay. ਮੈਮ ਨੇ ਜਦੋਂ ਦੇਖੀ ਉਹ ਫਾਈਲ, ਤੇ ਉਹਨਾਂ ਨੇ ਮੈਨੂੰ ਦੇਖਿਆ ਵੀ ਤੇਰਾ ਡਰਾਇੰਗ ਦੇ ਵਿੱਚ ਹੱਥ ਬਹੁਤ ਵਧੀਆ ਹੈਗਾ, ਇਦਾਂ ਕਰੋ ਤੁਸੀਂ ਇੱਥੇ ਐਡਮਿਸ਼ਨ ਲੈ ਲਓ ਫਾਈਨ ਆਰਟਸ ਦੇ ਵਿੱਚ। ਫਿਰ ਉਸ ਤੋਂ ਬਾਅਦ ਵੀ ਫਿਰ ਮੈਂ ਆਪਣਾ ਜਿੱਦਾਂ ਡਰਾਇੰਗ ਨੂੰ ਵੀ ਛੱਡਿਆ ਨਹੀਂ, ਨਾਲ ਉਹਨੂੰ ਵੀ ਆਪਣੇ ਨਾਲ ਲੈ ਕੇ ਆਪਣੇ ਵਾਸਤੇ ਰਹੀ। ਕਰਦੇ ਹਾਂਜੀ ਸੀ। ਹਾਂਜੀ, ਆਪਣੇ ਵਾਸਤੇ। ਸੋ ਦੋਸਤੋ, ਜਿਵੇਂ ਇਹਨਾਂ ਨੇ ਦੱਸਿਆ ਕਿ ਕਮਰਸ਼ੀਅਲ ਆਰਟਸ ਦੇ ਵਿੱਚ ਇਹਨਾਂ ਨੇ ਕੀਤੀ ਸੀ ਆਪਣੀ ਗ੍ਰੈਜੂਏਸ਼ਨ। ਆਓ ਕੁਝ ਚੀਜ਼ਾਂ ਜੋ ਇਹਨਾਂ ਦੁਆਰਾ ਬਣਾਈਆਂ ਨੇ ਕਮਰਸ਼ੀਅਲ ਆਰਟਸ ਦੇ ਵਿੱਚ, ਆਪਾਂ ਉਹ ਚੀਜ਼ਾਂ ਦੇਖਦੇ ਹਾਂ।
ਦੋਸਤੋ ਇਹ ਸੀ ਇਹਨਾਂ ਦਾ ਕਮਰਸ਼ੀਅਲ ਆਰਟ ਜੋ ਕਿ ਇਹਨਾਂ ਨੇ ਆਪਣੇ ਹੱਥਾਂ ਦੇ ਨਾਲ ਡਰਾਇੰਗ ਦੇ ਰੂਪ ਦੇ ਵਿੱਚ ਬਣਾਇਆ ਸੀ ਤੇ ਆਪਾਂ ਤੁਹਾਨੂੰ ਇਹ ਚੀਜ਼ ਦਿਖਾਈ ਹੈ। ਮੈਡਮ ਜੀ ਹੁਣ ਆਪਾਂ ਗੱਲ ਕਰਾਂਗੇ ਫਾਈਨ ਆਰਟ ਦੇ ਵਿੱਚ। ਫਾਈਨ ਆਰਟ ਤੇ ਕਮਰਸ਼ੀਅਲ ਆਰਟ 'ਚ ਕੀ ਡਿਫਰੈਂਸ ਹੈ ਦੋਵਾਂ 'ਚ? ਹਾਂਜੀ, ਫਾਈਨ ਆਰਟਸ ਜਿਹੜਾ ਹੈਗਾ ਇਹਦੇ ਵਿੱਚ ਲੈਂਡਸਕੇਪ ਵਗੈਰਾ, ਡਰਾਇੰਗ, ਕਲਰਿੰਗ ਸਾਰਾ ਕੁਝ ਆ ਜਾਂਦਾ ਹੈਗਾ ਆ। ਤੇ ਇਸ ਤੋਂ ਆਪੋਜ਼ਿਟ ਸਾਈਡ ਜਿਹੜਾ ਕਮਰਸ਼ੀਅਲ ਆਰਟਸ ਹੈਗਾ ਉਹ ਵਪਾਰਕ ਕਲਾ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਜਿੱਦਾਂ ਬਿਜ਼ਨਸ ਦੇ ਲੋਗੋ, ਪੋਸਟਰ, ਹੋਲਡਰਸ ਵਗੈਰਾ ਆਪਾਂ ਆਮ ਦੇਖਦੇ ਕੰਧਾਂ ਉੱਤੇ ਲਿਖਿਆ ਹੁੰਦਾ ਹੈਗਾ ਆ ਵੀ, ਜਿੱਦਾਂ ਨਾ ਕੋਈ ਵੀ ਐਡਵਰਟਾਈਜ਼ਮੈਂਟ ਕੀਤੀ ਹੁੰਦੀ ਆ, ਉਹ ਸਾਰਾ ਹੈਗਾ ਆ ਕਮਰਸ਼ੀਅਲ ਆਰਟਸ ਦੇ ਵਿੱਚ। ਡਿਜੀਟਲ ਹੋਣ ਤੋਂ ਪਹਿਲਾਂ ਤਕਰੀਬਨ ਸਾਰੇ ਇਹੀ ਕਮਰਸ਼ੀਅਲ ਆਰਟ ਦੇ ਨਾਲ ਹੀ ਸਾਰਾ ਕੰਮ ਕਰਦੇ ਸੀ। ਸੋ ਫਾਈਨ ਆਰਟ ਦੇ ਵਿੱਚ ਕੀ ਸਿਖਾਇਆ ਜਾਂਦਾ ਸੀਗਾ ਤੁਹਾਨੂੰ? ਹਾਂਜੀ, ਮੈਨੂੰ ਇੱਥੇ ਇੱਕ ਯਾਦ ਆ ਗਈ, ਮੇਰੇ ਸਰ ਸੀ NK ਜੈਨ ਸਰ, ਖਾਲਸਾ ਕਾਲਜ ਦੇ ਵਿੱਚ ਹੀ। ਉਹਨਾਂ ਨੇ ਹਮੇਸ਼ਾ ਇਹੀ ਗੱਲ ਕਹਿੰਦੇ ਹੁੰਦੇ ਸੀ ਵੀ ਜਿੱਦਾਂ ਇੱਕ ਆਰਟਿਸਟ ਜਿਹੜਾ ਹੁੰਦਾ ਉਹ ਬਲੈਂਕ ਪੇਪਰ ਦੇ ਵਿੱਚ ਵੀ ਜਾਨ ਭਰ ਦਿੰਦਾ ਹੈਗਾ, ਜਾਨ ਪਾ ਦਿੰਦਾ ਹੈਗਾ। ਉਹਨਾਂ ਦੀ ਗੱਲ ਮੇਰੇ ਦਿਮਾਗ ਤੇ ਇੰਨੀ ਸਟਕ ਕਰ ਗਈ, ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਫੋਲੋ ਕੀਤਾ। ਮਤਲਬ ਮੈਂ ਆਪਣਾ ਫਾਈਨ ਆਰਟਸ ਦੇ ਵਿੱਚ ਵੀ ਬਹੁਤ ਜ਼ਿਆਦਾ ਰੁਚੀ ਦਿਖਾਣੀ ਸਟਾਰਟ ਕਰ ਦਿੱਤੀ ਸੀ। ਸਰ ਨੂੰ ਵੀ ਇਹ ਗੱਲ ਪਤਾ ਸੀ, ਉਹਨਾਂ ਨੇ ਵੀ ਮੈਨੂੰ ਪੂਰੀ ਤਰ੍ਹਾਂ ਕੋਆਪਰੇਟ ਕੀਤਾ ਸੀ। ਤੇ ਫਾਈਨ ਆਰਟਸ ਦੇ ਵਿੱਚ ਜਿੱਦਾਂ ਸਟਿਲ ਲਾਈਫ ਵਗੈਰਾ, ਪੇਂਟਿੰਗਸ ਹੋ ਗਈਆਂ, ਆਪਾਂ ਆਮ ਦੇਖਦੇ ਘਰਾਂ ਦੇ ਵਿੱਚ ਪੇਂਟਿੰਗਸ ਵਗੈਰਾ, ਹਾਂਜੀ, ਲਾਈਵ ਸਕੈਚ ਹੋ ਗਏ, ਲੈਂਡਸਕੇਪ ਹੋ ਗਏ, ਜਿੱਦਾਂ ਅੱਗੇ ਕੋਈ ਚੀਜ਼ ਪਈ ਆ ਸੇਮ ਹੂਬਹੂ ਬਣਾਣੀ, ਉਹ ਹੋ ਗਏ, ਸਾਰਾ ਕੁਝ ਇਹ ਫਾਈਨ ਆਰਟਸ ਦੇ ਵਿੱਚ ਹੁੰਦਾ ਜੀ। ਤੇ ਫਾਈਨ ਆਰਟਸ ਤੁਸੀਂ ਫਿਰ ਐਜ਼ ਅ ਸ਼ੌਂਕੀਆ ਤੌਰ ਤੇ ਜਿਹੜਾ APJ ਕਾਲਜ ਚ ਨਾਲ ਮਿਊਜ਼ਿਕ ਦੇ ਸਿੱਖਣਾ ਸ਼ੁਰੂ ਕੀਤਾ। ਹਾਂਜੀ ਹਾਂਜੀ। ਸੋ ਤੁਸੀਂ ਉਹਦੇ ਵਿੱਚ ਵੀ ਕੁਝ ਪੇਂਟਿੰਗਸ ਵਗੈਰਾ ਤੁਸੀਂ ਬਣਾਈਆਂ ਹੋਣਗੀਆਂ। ਹਾਂਜੀ ਹਾਂਜੀ। ਸੋ ਆਓ ਦੋਸਤੋ ਆਪਾਂ ਇਹਨਾਂ ਦੇ ਫਾਈਨ ਆਰਟ ਦੇ ਵਿੱਚ ਜੋ ਇਹਨਾਂ ਨੇ ਆਪਣੀ ਕਲਾਕਾਰੀ ਦਿਖਾਈ ਹੈ ਆਪਾਂ ਉਹ ਦੇਖੀਏ। ਸੋ ਦੋਸਤੋ ਇਹ ਸੀ ਇਹਨਾਂ ਦਾ ਫਾਈਨ ਆਰਟ ਜਿਹੜਾ ਕਿ ਇਹਨਾਂ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ, ਯਾਨੀ ਕਿ ਜ਼ਿਆਦਾ ਟ੍ਰੇਨਿੰਗ ਨਾ ਲੈ ਕੇ ਆਪਣੇ ਮਨ ਦੇ ਜਿਹੜੇ ਵਿਚਾਰ ਸੀ ਉਹਨਾਂ ਨੂੰ ਇੱਕ ਡਰਾਇੰਗ ਦੇ ਉੱਤੇ ਸਾਰਾ ਦਿਖਾਇਆ। ਸੋ ਦੋਸਤੋ ਇਹ ਬਹੁਤ ਘੱਟ ਲੋਕਾਂ ਦੇ ਵਿੱਚ ਟੈਲੈਂਟ ਹੁੰਦਾ ਹੈ ਕਿ ਉਹ ਬਿਨਾਂ ਸਿੱਖੇ ਇੰਨੀ ਵਧੀਆ ਪੇਂਟਿੰਗ ਕਰ ਸਕਦੇ ਨੇ। ਸੋ ਆਪਾਂ ਜਿਵੇਂ ਤੁਸੀਂ ਦੱਸ ਰਹੇ ਸੀ ਪੋਸਟ ਗ੍ਰੈਜੂਏਸ਼ਨ ਕੀਤੀ ਮਿਊਜ਼ਿਕ ਫੀਲਡ ਦੇ ਵਿੱਚ। ਸੋ ਇਹ ਮਿਊਜ਼ਿਕ ਫੀਲਡ ਦੇ ਵਿੱਚ ਕਰਨ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਕੀ ਕੀਤਾ? ਪਾਸ ਆਊਟ ਜਦੋਂ ਤੁਸੀਂ MA ਕੀਤੀ ਮਿਊਜ਼ਿਕ ਵੋਕਲ ਦੇ ਵਿੱਚ। ਹਾਂਜੀ, ਪੋਸਟ ਗ੍ਰੈਜੂਏਸ਼ਨ ਮੈਂ APJ ਕਾਲਜ ਤੋਂ ਕੰਪਲੀਟ ਕਰਕੇ ਨਾਲ ਹੀ ਮੈਨੂੰ ਇੱਕ ਆਫਰ ਆਇਆ ਸਕੂਲ ਦੇ ਵਿੱਚੋਂ ਐਜ਼ ਅ ਟੀਚਰ ਦਾ। ਹਾਂਜੀ, ਉਹ ਸੀ MD ਦਯਾਨੰਦ ਮਾਡਲ ਸਕੂਲ ਨਕੋਦਰ, ਜਿੱਥੋਂ ਕਿ ਮੈਂ ਹਲੇ ਹੋਰ ਪੜ੍ਹਨਾ ਚਾਹੁੰਦੀ ਸੀ, B.Ed ਕਰਨਾ ਚਾਹੁੰਦੀ ਸੀ ਜਾਂ ਕੁਝ ਵੀ ਆਪਣੀ ਸਟੱਡੀ ਕੰਟੀਨਿਊ। ਪਰ ਫਿਰ ਮੈਨੂੰ ਇੱਕਦਮ ਹੀ ਆਫਰ ਆ ਗਿਆ ਤਾਂ ਮੈਂ ਉਹਨੂੰ ਐਕਸੈਪਟ ਕਰ ਲਿਆ ਤੇ ਫਿਰ ਮੈਂ 2 ਸਾਲ ਤੱਕ ਉੱਥੇ ਨਕੋਦਰ ਸਕੂਲ ਦੇ ਵਿੱਚ ਪੜ੍ਹਾਇਆ। ਸਕੂਲ ਜਿਹੜਾ ਕਿੰਨਵੀਂ ਕਲਾਸ ਤੱਕ ਬੱਚਿਆਂ ਨੂੰ ਤੁਸੀਂ ਉੱਥੇ ਪੜ੍ਹਾਇਆ ਬੱਚਿਆਂ ਨੂੰ? ਨਕੋਦਰ ਦੇ ਵਿੱਚ ਜਿਹੜਾ ਸਕੂਲ ਆ ਉਹ 2 ਸਕੂਲ ਆ, ਇੱਕ ਜੂਨੀਅਰ ਵਿੰਗ, ਇੱਕ ਸੀਨੀਅਰ ਵਿੰਗ। ਮੈਂ ਦੋਨਾਂ ਦੇ ਵਿੱਚ ਹੀ ਪੜ੍ਹਾਉਂਦੀ ਸੀ, 3 ਦਿਨ ਇੱਧਰ 3 ਦਿਨ ਵੱਡੇ ਸਕੂਲ ਦੇ ਵਿੱਚ। +2 ਤੱਕ ਸਕੂਲ ਸੀ, ਨਰਸਰੀ ਤੋਂ ਲੈ ਕੇ +2 ਤੱਕ, ਤੇ ਮੈਂ ਉੱਥੇ 10th ਤੱਕ ਡਰਾਇੰਗ ਕਰਵਾਉਂਦੀ ਸੀ। ਓਕੇ, ਡਰਾਇੰਗ ਦੇ ਨਾਲ ਨਾਲ ਹੋਰ ਕਿਹੜਾ ਸਬਜੈਕਟ ਤੁਸੀਂ ਪੜ੍ਹਾਉਂਦੇ ਸੀ ਬੱਚਿਆਂ ਨੂੰ? ਹੋਰ ਮੈਂ ਉੱਥੇ ਛੋਟੇ ਬੱਚਿਆਂ ਨੂੰ ਜਿੱਦਾਂ ਮਿਊਜ਼ਿਕ ਕਰਵਾਉਂਦੀ ਸੀ ਤੇ ਉਹ ਵੀ ਮੈਂ ਡਰਾਇੰਗ ਤੇ ਮਿਊਜ਼ਿਕ ਦੋਨੋਂ ਕਰਵਾਉਂਦੀ ਸੀ। ਦੋਨੋਂ ਕਰਵਾਉਂਦੀ ਸੀ। ਹਾਂਜੀ। ਸੋ ਕੁਝ ਬੱਚਿਆਂ ਨੇ ਕੁਝ ਆਪਣੀ ਰੁਚੀ ਦਿਖਾਈ ਹੋਊਗੀ ਡਰਾਇੰਗ ਦੇ ਵਿੱਚ ਜਾਂ ਮਿਊਜ਼ਿਕ ਦੇ ਵਿੱਚ। ਕਿਵੇਂ ਮੈਨੇਜ ਕਰਦੇ ਸੀ ਤੁਸੀਂ ਬੱਚਿਆਂ ਦੇ ਨਾਲ? ਕਿਉਂਕਿ ਬੱਚਿਆਂ ਨੂੰ ਤੇ ਜ਼ਿਆਦਾ ਸਮਝ ਨਹੀਂ ਹੁੰਦੀ, ਉਹਨਾਂ ਨੂੰ ਜਿਸ ਪਾਸੇ ਤੋਰੋ ਉਸੇ ਪਾਸੇ ਉਹ। ਫਿਰ ਕਿਵੇਂ ਤੁਸੀਂ ਮੈਨੇਜ ਕਰਦੇ ਸੀ ਉਹਨਾਂ ਦੇ ਨਾਲ? ਸਟਾਰਟਿੰਗ ਦੇ ਵਿੱਚ ਮੇਰੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਸੀਗਾ ਕਿਉਂਕਿ ਬੱਚਿਆਂ ਦੇ ਨਾਲ ਡੀਲ ਕਰਨਾ, ਹਜੇ ਮੈਨੂੰ ਇੰਨਾ ਜ਼ਿਆਦਾ ਐਕਸਪੀਰੀਅੰਸ ਵੀ ਨਹੀਂ ਸੀਗਾ। ਤੇ ਸਟਾਰਟਿੰਗ ਦੇ ਵਿੱਚ ਹੌਲੀ ਹੌਲੀ ਉਹਨਾਂ ਨੇ ਜੇ ਕੁਝ ਗਲਤ ਵੀ ਬਣਾ ਦੇਣਾ, ਮੈਂ ਉਹਨਾਂ ਨੂੰ ਕਦੀ ਵੀ ਉਹਨਾਂ ਨੂੰ ਡੀਮੋਟੀਵੇਟ ਨਹੀਂ ਕਰਦੀ ਸੀ, ਹਮੇਸ਼ਾ ਮੈਂ ਉਹਨਾਂ ਨੂੰ ਮੋਟੀਵੇਟ ਕਰਦੀ ਰਹਿੰਦੀ ਸੀ।
ਤੇ ਫਿਰ ਉਹਨਾਂ ਨੂੰ ਮੈਂ ਕਰਾਫਟ ਸਿਖਾਉਣਾ ਸ਼ੁਰੂ ਕੀਤਾ, ਜਿੱਦਾਂ ਆਪਾਂ ਵੇਸਟ ਮਟੀਰੀਅਲ ਦਾ ਕੁਝ ਵੀ ਬਣਾ ਦੇਣਾ ਉਹ ਵੀ ਸਿਖਾਉਣਾ ਸਟਾਰਟ ਕੀਤਾ, ਜਿਹਦੇ ਵਿੱਚ ਬੱਚਿਆਂ ਨੂੰ ਜਿੱਦਾਂ ਆਣਾ ਸਟਾਰਟ ਹੋ ਗਿਆ, ਥੋੜਾ ਥੋੜਾ ਡਰਾਇੰਗ ਦੇ ਵਿੱਚ ਆਪਣਾ ਇੰਟਰਸਟ ਦਿਖਾਉਣ ਲੱਗੇ। ਫਿਰ ਕਾਰਡ ਬਣਾਉਣਾ ਮੈਂ ਸਟਾਰਟ ਕਰਵਾ ਦਿੱਤੇ ਉਹਨਾਂ ਨੂੰ, ਬੱਚਿਆਂ ਨੂੰ। ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਹੈਂਡਲ ਕਰਨਾ ਜ਼ਿਆਦਾ ਸੌਖਾ ਹੁੰਦਾ ਹੈ ਐਜ਼ ਕੰਪੇਅਰ ਟੂ ਜਿਹੜੇ ਵੱਡੇ ਬੱਚੇ ਆ। ਤੇ ਵੱਡੇ ਬੱਚਿਆਂ ਨੂੰ ਤਾਂ ਸਿਰਫ ਜਿੱਦਾਂ ਮੈਂ ਸੱਚੀ ਦੱਸਾਂ ਉਹਨਾਂ ਨੂੰ ਇੰਨੀ ਜ਼ਿਆਦਾ ਰੁਚੀ ਨਹੀਂ ਸੀਗੀ ਡਰਾਇੰਗ ਦੇ ਵਿੱਚ, ਬਹੁਤ ਘੱਟ ਬੱਚੇ ਸੀ। 50 ਦੇ ਵਿੱਚੋਂ ਸਿਰਫ 20 ਬੱਚੇ ਸੀ ਜਿਹੜੇ ਉਹ ਡਰਾਇੰਗ ਕਰਦੇ ਸੀ। ਹਾਂਜੀ, ਬਾਕੀ ਸਾਰੇ ਤਾਂ ਜ਼ਿਆਦਾ ਇੰਟਰਸਟ ਨਹੀਂ ਦਿਖਾਉਂਦੇ ਸੀ। ਐਕਚੁਅਲ 'ਚ ਜਿਹਦਾ ਇੰਟਰਸਟ ਹੋਵੇ ਉਹੀ ਉਸ ਫੀਲਡ ਨੂੰ ਜ਼ਿਆਦਾ ਫੋਲੋ ਕਰਦਾ। ਹਾਂਜੀ ਹਾਂਜੀ। ਸੋ ਇਹ ਸੀ ਤੁਹਾਡਾ ਜਿਹੜਾ ਤੁਸੀਂ 2 ਸਾਲ ਦਾ ਐਕਸਪੀਰੀਅੰਸ ਬੱਚਿਆਂ ਦੇ ਨਾਲ, ਤੁਸੀਂ ਆਪਣੇ ਜਿਹੜੇ ਟੈਲੈਂਟ ਨੂੰ ਸ਼ੇਅਰ ਵੀ ਕੀਤਾ ਤੇ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਵੀ ਕੀਤੀ। ਉਸ ਤੋਂ ਬਾਅਦ ਦਾ ਸਫ਼ਰ ਜਿਹੜਾ ਤੁਹਾਡਾ ਕਿਵੇਂ ਦਾ ਨਿਕਲਿਆ? ਹਾਂਜੀ, ਕਿਉਂਕਿ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਸਾਲ ਮਾਰਚ ਦੇ ਦੌਰਾਨ ਲੋਕਡਾਊਨ ਹੋ ਗਿਆ। ਉਸ ਤੋਂ ਪਹਿਲਾਂ ਤੁਹਾਡੀ ਮੈਰਿਜ ਜਿਹੜੀ ਆ ਕਿਹੜੇ ਈਅਰ ਦੇ ਵਿੱਚ ਹੋਈ ਸੀ? ਹਾਂਜੀ, ਮੇਰੀ ਲਾਸਟ ਈਅਰ ਹੀ ਮੈਰਿਜ ਹੋਈ ਆ, ਜਨਵਰੀ ਦੇ ਵਿੱਚ ਮੇਰੀ ਮੈਰਿਜ ਹੋਈ ਸੀ ਤੇ ਉਸ ਤੋਂ ਬਾਅਦ ਮਾਰਚ ਦੇ ਵਿੱਚ ਹੀ ਲੋਕਡਾਊਨ ਲੱਗ ਗਿਆ ਜੀ। ਹਾਂਜੀ, ਤੇ ਉਹ ਮੇਰੇ ਲਈ ਬਹੁਤ ਜ਼ਿਆਦਾ ਇੱਕ ਤਾਂ ਡਿਫਿਕਲਟ ਸੀ, ਇੱਕ ਦੂਸਰੇ ਆਪਣੇ ਘਰ ਨੂੰ ਛੱਡ ਕੇ ਦੂਸਰੇ ਘਰ ਜਾਣਾ। ਫਿਰ ਮੈਂ ਕਿੰਨੇ ਟਾਈਮ ਲਈ ਆਪਣੇ ਮਤਲਬ ਪੇਕੇ ਘਰ ਵੀ ਨਹੀਂ ਆ ਸਕਦੀ ਸੀ, ਹਨਾ। ਬਹੁਤ ਜ਼ਿਆਦਾ ਮੇਰੇ ਲਈ ਡਿਫਿਕਲਟ ਸੀਗਾ ਉਹ ਸਿਚੁਏਸ਼ਨ। ਪਰ ਫਿਰ ਮੈਂ, ਮੇਰੇ ਹਸਬੈਂਡ ਦੀ ਸਪੋਰਟ ਮੈਨੂੰ ਪੂਰੀ ਸੀਗੀ ਤਾਂ ਮੈਂ ਆਪਣੇ ਆਪ ਨੂੰ, ਆਪਣੇ ਟਾਈਮ ਨੂੰ ਯੂਟਿਲਾਈਜ਼ ਕਰਨਾ ਸਟਾਰਟ ਕਰ ਦਿੱਤਾ, ਜਿੱਦਾਂ ਡਰਾਇੰਗ ਦੇ ਤੌਰ, ਜਿੱਦਾਂ ਡਰਾਇੰਗ ਕਰਕੇ ਜਾਂ ਆਪਣੀ ਪੇਂਟਿੰਗ ਕਰਕੇ, ਇਹਦੇ ਥਰੂ। ਸਾਡੇ ਦਰਸ਼ਕਾਂ ਨੂੰ ਇਹ ਚੀਜ਼ ਜ਼ਰੂਰ ਦੱਸੋ ਕਿ ਤੁਸੀਂ ਆਪਣੇ ਟਾਈਮ ਨੂੰ ਕਿਵੇਂ ਪਾਸ ਕੀਤਾ ਜਾਂ ਆਪਣੇ ਟੈਲੈਂਟ ਦੇ ਨਾਲ ਕਿਹੋ ਜਿਹੀ ਪੇਂਟਿੰਗ ਜਾਂ ਕਿਹੋ ਜਿਹੀ ਐਕਟੀਵਿਟੀਜ਼ ਕੀਤੀਆਂ ਲੋਕਡਾਊਨ ਦੇ ਦੌਰਾਨ? ਹਾਂਜੀ, ਮੈਂ ਜਦੋਂ ਮੇਰੀ ਮੈਰਿਜ ਹੋਈ ਉਸ ਤੋਂ 2 ਮਹੀਨੇ ਬਾਅਦ ਹੀ ਲੋਕਡਾਊਨ ਲੱਗ ਗਿਆ ਸੀ। ਹਾਂਜੀ, ਮਾਰਚ ਵਿੱਚ ਲੋਕਡਾਊਨ ਲੱਗ ਗਿਆ। ਅਸੀਂ ਜਿੱਦਾਂ ਥੋੜਾ ਕਿਤੇ ਘੁੰਮਣ ਦਾ ਵੀ ਨਹੀਂ ਏਦਾਂ ਜ਼ਿਆਦਾ ਸੀਗਾ ਤੇ ਫਿਰ ਮੈਂ ਆਪਣੇ ਹਸਬੈਂਡ ਨੂੰ ਕਿਹਾ ਵੀ ਮੈਂ ਨਾ ਡਰਾਇੰਗ ਕਰਨਾ ਚਾਹੁੰਦੀ ਹਾਂ, ਵੀ ਜਿੱਦਾਂ ਮੇਰਾ ਟਾਈਮ ਪਾਸ ਘਰ ਨਹੀਂ ਹੁੰਦਾ। ਪਹਿਲਾਂ ਸਟੱਡੀ ਕੀਤੀ ਪੂਰੇ ਜਿੱਦਾਂ ਸਾਲ, ਫਿਰ ਉਸ ਤੋਂ ਬਾਅਦ ਮੈਂ ਜੌਬ ਕਰਨਾ ਸਟਾਰਟ ਕਰ ਦਿੱਤਾ। ਮਤਲਬ ਕੰਟੀਨਿਊਸਲੀ ਮੈਂ ਏਦਾਂ ਘਰ ਬੈਠੀ ਨਹੀਂ ਇੰਨਾ ਟਾਈਮ। ਹਾਂਜੀ, ਫਿਰ ਮੇਰੇ ਹਸਬੈਂਡ ਦੀ, ਉਹਨਾਂ ਦਾ ਵੀ ਆਪਣਾ ਬਿਜ਼ਨਸ ਆ, ਉਹ ਵੀ ਘਰ ਹੁੰਦੇ ਸੀ। ਫਿਰ ਮੈਂ ਉਹਨਾਂ ਨੂੰ ਕਿਹਾ ਚਲੋ ਆਪਾਂ ਏਦਾਂ ਕਰਦੇ ਹਾਂ, ਘਰ ਦੀਆਂ ਕੰਧਾਂ ਤੇ ਨਾ ਮੈਂ ਪੇਂਟਿੰਗ ਕਰ ਦਿੰਦੀ ਆ ਜੀ। ਹਾਂਜੀ, ਤੇ ਉਹਨਾਂ ਨੇ ਹਲੇ ਮੈਰਿਜ ਤੇ ਕਲਰ ਕਰਵਾਇਆ ਹੀ ਸੀਗਾ ਤੇ ਫਿਰ ਮੈਂ ਪੇਂਟਿੰਗ ਕਰਨਾ, ਕੰਧਾਂ ਤੇ ਪੇਂਟਿੰਗ ਕਰਨਾ, ਵਾਲ ਪੇਂਟਿੰਗ ਕਰਨੀ ਸਟਾਰਟ ਕਰ ਦਿੱਤੀ ਆਪਣੇ ਘਰ ਦੀਆਂ ਕੰਧਾਂ। ਹਾਂਜੀ, ਸਹੁਰੇ ਘਰ ਦੀਆਂ ਕੰਧਾਂ ਜੀ। ਫਿਰ ਕਿਵੇਂ ਦਾ ਤੁਸੀਂ ਪੇਂਟ ਕੀਤਾ ਕੰਧਾਂ ਤੇ, ਜਾਂ ਲੋਕਾਂ ਨੇ ਤੁਹਾਨੂੰ ਕਿੰਨਾ ਕੁ ਮੋਟੀਵੇਟ ਕੀਤਾ ਜਾਂ ਕਿੰਨਾ ਕੁ ਪਸੰਦ ਕੀਤਾ ਇਸ ਚੀਜ਼ ਨੂੰ, ਉਹਦੇ ਬਾਰੇ? ਉਹ ਜਦੋਂ ਸਾਡਾ ਰੂਮ, ਹਜੇ ਸਿਰਫ ਮੈਂ ਸਾਡਾ ਰੂਮ ਹੀ ਜਿੱਦਾਂ ਕੀਤਾ ਸੀਗਾ, ਉਸ ਤੇ ਮੈਂ ਇੱਕ ਬ੍ਰਿਕਸ ਬਣਾ ਦਿੱਤੀਆਂ। ਉਹ ਆਰਟੀਫੀਸ਼ੀਅਲ ਬ੍ਰਿਕਸ ਬਣਾਈਆਂ ਪੀਓਪੀ ਦੇ ਨਾਲ, ਪਲਾਸਟਰ ਆਫ ਪੈਰਿਸ ਦੇ ਨਾਲ, ਪਰ ਉਹ ਐਜ਼ ਹੂਬਹੂ ਸਹੀ ਵਰਗੀਆਂ ਲੱਗੀਆਂ, ਮਤਲਬ ਅਸਲੀ ਇੱਟਾਂ ਵਰਗੀਆਂ ਲੱਗੀਆਂ। ਫਿਰ ਮੈਂ ਇੱਕ ਟਰੀ ਬਣਾਇਆ, ਫਿਰ ਮੈਂ ਘਰ ਏਦਾਂ ਪੇਂਟਿੰਗ ਬਣਾਈ ਜਿੱਦਾਂ ਲੋਟਸ ਦੇ, ਤੇ ਫਿਰ ਇੱਕ ਲੈਂਪ ਦੇ ਪਿੱਛੇ ਮੈਂ ਏਦਾਂ ਕਾਫੀ ਕੁਛ ਏਦਾਂ ਟਰਾਈ ਕੀਤਾ। ਉਹ ਮੇਰਾ ਫਸਟ ਟਾਈਮ ਐਕਸਪੀਰੀਅੰਸ ਸੀਗਾ ਵੀ ਕੰਧ ਦੇ ਉੱਤੇ, ਕਿਉਂਕਿ ਮੈਨੂੰ ਇਹ ਵੀ ਡਰ ਸੀ ਕਿਤੇ ਖਰਾਬ ਨਾ ਹੋ ਜਾਵੇ ਜੇ ਹੁਣ ਨਵਾਂ ਕਲਰ ਕੀਤਾ। ਫਿਰ ਕਲਰ ਏਦਾਂ ਸੀ, ਲੋਕਡਾਊਨ ਦੇ ਵਿੱਚ ਆਪਾਂ ਕਿਤੇ ਜਾ ਨਹੀਂ ਸਕਦੇ ਸੀ, ਕਲਰ ਹਜੇ ਘਰ ਕਰਵਾਇਆ ਹੀ ਸੀ ਤਾਂ ਕਲਰ ਪਏ ਹੋਏ ਸੀਗੇ। ਥੋੜੇ ਕਲਰ ਮੈਂ ਆਪਣੇ ਜਿਹੜੇ ਸੀਗੇ ਉਹ ਮੈਂ ਆਪਣੇ ਪੇਕੇ ਤੋਂ ਲੈ ਲਈ ਸੀਗੀ ਜੀ। ਤੁਸੀਂ ਜਿਹੜੇ ਕਲਰ ਐਕਚੁਅਲ ਦੇ ਵਿੱਚ ਕੰਧਾਂ ਤੇ ਪੇਂਟਿੰਗ ਵਾਸਤੇ ਕਲਰ, ਉਹੀ ਕਲਰ ਤੁਸੀਂ ਯੂਜ਼ ਕੀਤੇ? ਹਾਂਜੀ, ਏਸ਼ੀਅਨ ਪੇਂਟ। ਫਿਰ ਉਸ ਤੋਂ ਬਾਅਦ ਜਿਹੜਾ ਸਫ਼ਰ ਤੁਹਾਡਾ ਲੋਕਡਾਊਨ, ਹੋਰ ਕਿਵੇਂ ਤੁਸੀਂ ਐਕਟੀਵਿਟੀਜ਼ ਕੀਤੀਆਂ ਡਰਾਇੰਗ ਤੋਂ ਇਲਾਵਾ?
ਡਰਾਇੰਗ ਤੋਂ ਇਲਾਵਾ ਫਿਰ ਮੈਂ ਆਪਣੇ ਥੋੜੇ ਕੁਕਿੰਗ ਸਕਿੱਲ ਵੀ ਆਪਣੇ ਹਸਬੈਂਡ ਨੂੰ ਦਿਖਾਏ, ਥੋੜਾ ਕੁਕਿੰਗ ਕਰਨੀ ਸਟਾਰਟ ਕੀਤੀ। ਤੇ ਉਹਦੇ ਵਿੱਚ ਫਿਰ ਮੈਂ ਘਰ ਜ਼ਿਆਦਾ ਟਾਈਮ ਇਕੱਲੀ ਰਹਿੰਦੀ ਸੀ, ਇਕੱਲੇ ਬੈਠੇ ਰਹਿਣ ਦੇ ਕਰਕੇ ਫਿਰ ਮੈਂ ਲਿਖਣਾ ਸਟਾਰਟ ਕਰ ਦਿੱਤਾ। ਜੋ ਉਸ ਟਾਈਮ ਮੇਰੇ ਦਿਮਾਗ ਦੇ ਵਿੱਚ ਆਂਦਾ ਸੀ ਫਿਰ ਮੈਂ ਉਹ ਲਿਖ ਕੇ ਆਪਣੇ ਮਤਲਬ ਫੀਲਿੰਗਸ ਨੂੰ ਐਕਸਪ੍ਰੈਸ ਕਰਨਾ ਸ਼ੁਰੂ ਕਰ ਦਿੱਤਾ। ਮਤਲਬ ਤੁਹਾਡੇ ਚ ਪੋਇਟਰੀ ਦਾ ਵੀ ਟੈਲੈਂਟ ਜਿਹੜਾ ਉਹ ਵੀ ਹੈ। ਹਾਂਜੀ ਥੋੜਾ। ਦੋਸਤੋ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਪੇਂਟਿੰਗ ਦੀ ਗੱਲ ਕਰੀਏ, ਮਿਊਜ਼ਿਕ ਦੀ ਗੱਲ ਕਰੀਏ, ਵਾਲ ਪੇਂਟ ਦੀ ਗੱਲ ਕਰੀਏ, ਉਸ ਤੋਂ ਬਾਅਦ ਪੋਇਟਰੀ ਦੀ ਵੀ ਗੱਲ ਕਰੀਏ। ਸੋ ਪੋਇਟਰੀ ਦੇ ਵਿੱਚ ਤੁਸੀਂ ਆਪਣਾ ਕੀ ਲਿਖਿਆ ਸਾਡੇ ਦਰਸ਼ਕਾਂ ਨੂੰ ਜ਼ਰੂਰ ਉਹਦੇ ਬਾਰੇ ਦੱਸੋ ਤੇ ਸਾਨੂੰ ਸੁਣਾਓ ਵੀ ਕਿ ਤੁਸੀਂ ਉਸ ਟਾਈਮ ਤੇ ਆਪਣੇ ਮਨ ਦੇ ਭਾਵ ਕਿਵੇਂ ਐਕਸਪਲੇਨ ਕੀਤੇ ਪੋਇਟਰੀ ਦੇ ਰਾਹੀਂ। ਹਾਂਜੀ ਮੈਂ ਜਦੋਂ ਉਸ ਟਾਈਮ ਮੇਰੇ ਦਿਮਾਗ ਦੇ ਵਿੱਚ ਜਿੱਦਾਂ ਜੋ ਸਿਚੁਏਸ਼ਨ ਸੀ ਉਸ ਹਿਸਾਬ ਦੇ ਨਾਲ ਜੋ ਵੀ ਮੈਂ ਫੀਲ ਕੀਤਾ ਉਹਨੂੰ ਹੀ ਮੈਂ ਆਪਣੇ ਵਰਡਸ ਦੇ ਵਿੱਚ ਐਕਸਪ੍ਰੈਸ ਕੀਤਾ ਹੋਇਆ ਤੇ ਮੈਂ ਸੁਣਾਉਂਦੀ ਹਾਂ। ਪਿਛਲੇ ਸਾਲ ਹੋਇਆ ਸੀ ਮੇਰਾ ਵਿਆਹ 10 ਜਨਵਰੀ 2020 ਨੂੰ। ਸਾਨੂੰ ਸਾਰਿਆਂ ਨੂੰ ਬਹੁਤ ਸੀ ਚਾਅ। ਥੋੜੇ ਕੁ ਦਿਨਾਂ ਬਾਅਦ ਆ ਗਿਆ ਟਾਈਮ ਮੇਰੇ ਜੇਠ ਜਠਾਣੀ ਤੇ ਉਹਨਾਂ ਦੇ ਬੱਚਿਆਂ ਦੇ ਜਾਣ ਦਾ। ਇੱਕ ਤਾਂ ਘਰੋਂ ਰੌਣਕ ਚਲੇ ਗਈ, ਰਹਿ ਗਏ ਅਸੀਂ 4 ਜਣੇ। ਮੇਰੇ ਸੁਭਾਅ ਨੂੰ ਹਜੇ ਕੋਈ ਚੰਗੀ ਤਰ੍ਹਾਂ ਨਹੀਂ ਸੀ ਪਹਿਚਾਣਦਾ। ਚਾਅ ਤੇ ਸੰਗ ਸ਼ਰਮ ਵਿੱਚ ਲੰਘ ਗਿਆ 1 ਮਹੀਨਾ। ਫਰਵਰੀ ਤੋਂ ਬਾਅਦ ਆ ਗਿਆ ਲੋਕਡਾਊਨ ਕਮੀਨਾ। ਨਾ ਹੀ ਘਰ ਕੋਈ ਆ ਸਕਦਾ ਸੀ, ਨਾ ਹੀ ਜਾ ਸਕਦਾ ਸੀ। ਕਿੰਜ ਪਾਂਦੀ ਮੈਂ ਕਿਸੇ ਨਾਲ ਪਿਆਰ ਦੀ ਲਹਿਰ। ਇੰਡੀਆ ਵਿੱਚ ਹੀ ਨਹੀਂ ਸਗੋਂ ਹਰ ਪਾਸੇ ਸੀ ਕੋਵਿਡ-19 ਦਾ ਕਹਿਰ। ਮੈਂ ਤਾਂ ਹੋ ਰਹੀ ਸੀ ਘਰ ਵਿੱਚ ਬਹੁਤ ਬੋਰ। ਨਾ ਹੀ ਆਪਣੇ ਪੇਕੇ ਜਾ ਸਕਦੀ ਸੀ, ਨਾ ਜਾ ਸਕਦੀ ਸੀ ਕਿਤੇ ਹੋਰ। ਸਾਰੇ ਸੋਚਾਂ ਵਿੱਚ ਪਏ ਸੀ ਹੋ ਗਿਆ ਇਹ ਲੋਕਡਾਊਨ ਕਿਉਂ। ਮੈਂ ਸੋਚਿਆ ਕਿਉਂ ਨਾ ਕਰਦਾ ਆਪਣੇ ਸਹੁਰੇ ਘਰ ਦੀਆਂ ਕੰਧਾਂ ਨੂੰ ਰੀਨਿਊ। ਘਰ ਦਾ ਕਲਰ ਸੀ ਲਾਈਟ ਯੈਲੋ। ਦੈਨ ਆਈ ਵਾਸ ਥਿੰਕਿੰਗ ਯੈਲੋ ਡਰਟੀ ਫੈਲੋ। ਜਦ ਡਰਾਇੰਗ ਮੇਰੀ ਦੇਖ ਕੇ ਮੇਰੇ ਹਸਬੈਂਡ ਨੇ ਕੀਤੀ ਮੇਰੀ ਤਾਰੀਫ, ਮੈਂ ਤਾਂ ਹੋ ਗਈ ਬਲਸ਼। ਹਵਾ ਵਿੱਚ ਆ ਕੇ ਮੈਂ ਚੱਕ ਲਏ 5-10 ਇੰਚ ਮੋਟੇ ਬਰਸ਼। ਪਹਿਲਾਂ ਇੱਕ ਕੰਧ ਤੇ ਬਣਾਈਆਂ ਇੱਟਾਂ ਤੇ ਦੂਜੀ ਕੰਧ ਤੇ ਬਣਾਤੇ ਪੰਛੀ ਤੇ ਟਰੀ। ਫਿਰ ਮੈਨੂੰ ਤੀਜੀ ਕੰਧ ਵੀ ਲੱਗੀ ਫ੍ਰੀ। ਪਹਿਲਾਂ ਲੋਕਾਂ ਨੇ ਕਿਹਾ ਕਰ ਦਿੱਤੀਆਂ ਕੰਧਾਂ ਖਰਾਬ। ਹਫ਼ਤੇ ਕੁ ਬਾਅਦ ਜਦ ਪੂਰਾ ਹੋਇਆ ਨਾਲੇ ਖੜ ਕੇ ਫੋਟੋ ਕਰਾਈਆਂ, ਨਾਲੇ ਕਿਹਾ ਲਾਜਵਾਬ। ਪੇਕੇ ਤੇ ਇਨ-ਲॉ ਫੈਮਿਲੀ ਨੇ ਦੇਖਣ ਤੋਂ ਬਾਅਦ ਕੀਤੀ ਮੇਰੀ ਪ੍ਰੇਜ਼। ਆਂਢ ਗੁਆਂਢ ਵਿੱਚ ਗੱਲਾਂ ਹੋਣ ਲੱਗੀਆਂ ਮੇਰੇ ਬਾਰੇ ਬਹੁਤ ਤੇਜ਼। ਲੋਕਡਾਊਨ ਵਿੱਚ ਜਿੱਥੇ ਹੋ ਰਹੇ ਸੀ ਲੋਕ ਡਿਪਰੈਸ, ਮੈਂ ਤਾਂ ਕਰਤਾ ਆਪਣੀ ਪੇਂਟਿੰਗ ਦੇ ਨਾਲ ਸਾਰਿਆਂ ਨੂੰ ਇੰਪ੍ਰੈਸ। ਮੇਰੀ ਪੇਕੇ ਫੈਮਿਲੀ ਨੇ ਕੀਤਾ ਨਹੀਂ ਸੀ ਕਦੇ ਮੇਰੇ ਟੈਲੈਂਟ ਤੇ ਡਾਊਟ। ਸ਼ਾਇਦ ਇਹੀ ਕਾਰਨ ਸੀ ਲੋਕਡਾਊਨ ਦੇ ਵਿੱਚ ਵਿਆਹ ਤੋਂ ਬਾਅਦ ਮੈਂ ਕੀਤਾ ਆਪਣੇ ਸਟ੍ਰੈਸ ਨੂੰ ਆਊਟ। ਆਖਿਰ ਵਿੱਚ ਬਸ ਇਹੀ ਕਹਿਣਾ ਚਾਹੂੰਗੀ, ਇਹ ਨਹੀਂ ਹੋ ਸਕਦਾ ਸੀ ਬਿਨਾ ਮੇਰੇ ਹਸਬੈਂਡ ਦੀ ਸਪੋਰਟ। ਤਾਂ ਹੀ ਮੈਂ ਆਪਣੀ ਹੌਬੀਜ਼ ਦੀ ਤਿਆਰ ਕੀਤੀ ਬਹੁਤ ਵੱਡੀ ਰਿਪੋਰਟ। ਵੈਰੀ ਗੁੱਡ। ਸੋ ਦੋਸਤੋ ਜਿਵੇਂ ਦੇਖਿਆ ਕਿ ਤੁਸੀਂ ਇਹਨਾਂ ਨੇ ਆਪਣੇ ਜੋ ਮਨ ਦੇ ਭਾਵ ਉਸ ਟਾਈਮ 'ਚ ਸੀ ਲੋਕਡਾਊਨ 'ਚ ਜਿੱਥੇ ਲੋਕ ਡਿਪਰੈਸ਼ਨ ਜਾਂ ਸਟ੍ਰੈਸ ਲੈ ਰਹੇ ਸੀ, ਇਹਨਾਂ ਨੇ ਆਪਣੇ ਟੈਲੈਂਟ ਦੇ ਨਾਲ ਆਪਣੀ ਪੇਂਟਿੰਗਸ ਦੇ ਨਾਲ ਸਾਰਿਆਂ ਦਾ ਮਨ ਮੋਹ ਲਿਆ ਤੇ ਆਪਣੇ ਸਟ੍ਰੈਸ ਤੇ ਡਿਪਰੈਸ਼ਨ ਜੋ ਵੀ ਲੱਗਦਾ ਸੀਗਾ ਫੀਲ ਹੋ ਰਿਹਾ ਸੀ ਲੋਕਡਾਊਨ 'ਚ ਸਾਰਿਆਂ ਨੂੰ ਉਹਨੂੰ ਆਊਟ ਕੀਤਾ। ਸੋ ਮੈਡਮ ਬਹੁਤ ਹੀ ਵਧੀਆ ਤੁਸੀਂ ਪੋਇਟਰੀ ਵੀ ਕੀਤੀ। ਮੈਂ ਪੁੱਛਣਾ ਚਾਹੂੰਗਾ ਕਿ ਇਹਦੇ ਪਿੱਛੇ ਤੁਹਾਨੂੰ ਕਿਸੇ ਨੇ ਸਪੈਸ਼ਲੀ ਮੋਟੀਵੇਟ ਕੀਤਾ ਜਾਂ ਕਿੰਨਾ ਕੁ ਤੁਹਾਡਾ ਫੈਮਿਲੀ ਨੇ ਸਾਥ ਦਿੱਤਾ ਇਸ ਚੀਜ਼ ਬਾਰੇ? ਹਾਂਜੀ ਮੇਰੇ ਹਸਬੈਂਡ ਨੇ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਮੈਨੂੰ ਤੇ ਉਹਨਾਂ ਦਾ ਤਾਂ 100% ਵਿੱਚ ਪਾਰਟਿਸਿਪੇਸ਼ਨ ਹੈਗਾ। ਜੇ ਮੈਂ ਪੇਂਟਿੰਗ ਵੀ ਕਰਦੀ ਸੀ ਉਹ 24 ਘੰਟੇ ਮੇਰੇ ਨਾਲ ਹੀ ਰਹਿੰਦੇ ਸੀ। ਮੇਰੇ ਨਾਲ ਮਤਲਬ ਕਦੀ ਮੈਨੂੰ ਕਲਰ ਪਕੜਾ ਦੇਣਾ, ਹੈਲਪ ਕੀਤੀ ਪੂਰੀ ਤਰ੍ਹਾਂ। ਜੇ ਮੈਂ ਥੱਕ ਵੀ ਜਾਂਦੀ ਸੀ ਉਹਨਾਂ ਨੇ ਆਪ ਕੁਕਿੰਗ ਦਾ ਉਹਨਾਂ ਨੂੰ ਸ਼ੌਂਕ ਹੈਗਾ, ਆਪ ਕਰ ਲੈਂਦੇ ਸੀ। ਬਾਕੀ ਮੇਰੇ ਜਿਹੜੇ ਇਨ-ਲॉ ਫੈਮਿਲੀ ਨੇ ਮੈਨੂੰ ਸਪੋਰਟ ਕੀਤਾ। ਮੇਰੀ ਸਿਸਟਰ ਇਨ-ਲॉ ਨੇ, ਮੇਰੇ ਬ੍ਰਦਰ ਇਨ-ਲॉ ਨੇ ਤੇ ਉਹਨਾਂ ਦੀ ਫੈਮਿਲੀ ਨੇ ਵੀ ਮੈਨੂੰ ਸਪੋਰਟ ਕੀਤਾ। ਤੇ ਮੇਰੀ ਪੇਕੇ ਵਾਲੀ ਫੈਮਿਲੀ ਤਾਂ ਮੇਰੇ ਤੇ ਹੈਗੀ ਪ੍ਰਾਊਡ ਫੀਲ ਕਰਦੀ ਹੈ ਸਾਰੇ। ਹਾਂਜੀ ਸੋ ਜਿਵੇਂ ਤੁਸੀਂ ਪੋਇਮ ਦੇ ਵਿੱਚ ਪੋਇਟਰੀ ਵਿੱਚ ਵੀ ਇੱਕ ਚੀਜ਼ ਲਿਖੀ ਸੀ ਕਿ ਕਈਆਂ ਨੂੰ ਇਹ ਚੀਜ਼ ਚੰਗੀ ਨਹੀਂ ਲੱਗੀ। ਹਾਂਜੀ ਸੋ ਉਹ ਆਲੋਚਕ ਵੀ ਹੋਣੇ ਚਾਹੀਦੇ ਜ਼ਰੂਰੀ, ਕਿਉਂਕਿ ਉਹੀ ਤੁਹਾਨੂੰ ਇੱਕ ਪ੍ਰੇਰਣਾ ਦਿੰਦੇ ਆ ਕਿ ਇੱਕ ਚੰਗਾ ਕੰਮ ਤੁਸੀਂ ਕਿਵੇਂ ਸਿਰੇ ਚੜਾਉਣਾ।
ਹਮੇਸ਼ਾ ਮੈਨੂੰ ਇਹ ਸੋਚ ਆ ਮੇਰੀ, ਜਿਹੜੇ ਸਾਨੂੰ ਡੀਮੋਟੀਵੇਟ ਕਰਦੇ ਆ ਜੀ। ਹਮੇਸ਼ਾ ਆਪਾਂ ਨੂੰ ਉਹਨਾਂ ਦੀਆਂ ਗੱਲਾਂ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ। ਜਿਹੜੇ ਆਪਾਂ ਨੂੰ ਮੋਟੀਵੇਟ ਕਰਦੇ ਆ ਉਹ ਤਾਂ ਚਲੋ ਆਪਣੇ ਨਾਲ ਖੜੇ ਹੀ ਹੁੰਦੇ ਹੈਗੇ ਆ ਹਨਾ ਹਮੇਸ਼ਾ। ਤੇ ਮੈਨੂੰ ਏਦਾਂ ਜਿੱਦਾਂ ਫਿਰ ਮੈਂ ਜਦੋਂ ਪੇਂਟਿੰਗ ਕੀਤੀ ਸੀ, ਮੈਂ ਹਜੇ ਨਵੀਂ ਸੀ, ਤੁਹਾਨੂੰ ਪਤਾ 2 ਮਹੀਨੇ ਹਜੇ ਵਿਆਹ ਨੂੰ ਜੀ, ਹੋਏ ਸੀ। ਬਿਲਕੁਲ। ਆਂਢ ਗੁਆਂਢ ਵਿੱਚ ਏਦਾਂ ਬਹੁਤ ਜ਼ਿਆਦਾ ਗੱਲਾਂ ਫਿਰ ਦੇਖਣਾ ਆਉਣਾ ਸਟਾਰਟ ਹੋ ਗਏ ਹਨਾ। ਪਰ ਕਈਆਂ ਨੇ ਵੀ ਕੀਤਾ, ਮੋਟੀਵੇਟ ਵੀ ਕੀਤਾ, ਬਹੁਤ ਵਧੀਆ ਪ੍ਰੇਜ਼ ਕੀਤੀ, ਪਰ ਕਈਆਂ ਨੇ ਨਹੀਂ ਵੀ ਕੀਤੀ। ਚਲੋ ਕੋਈ ਨਹੀਂ। ਜੀ। ਹਾਂਜੀ, ਉਹ ਉਹੀ ਕਰਦੇ ਹੁੰਦੇ ਜਿਨ੍ਹਾਂ ਨੂੰ ਪਤਾ ਵੀ ਅਸੀਂ ਕੁਝ ਕਰ ਨਹੀਂ ਸਕਦੇ ਤਾਂ ਦੂਜਾ ਬੰਦਾ ਵੀ ਨਹੀਂ ਕਰ ਸਕਦਾ ਸ਼ਾਇਦ। ਬਿਲਕੁਲ। ਹਾਂਜੀ ਕਹਿਣ ਦਾ ਮਤਲਬ ਕਿ ਆਲੋਚਕ ਵੀ ਹੋਣੇ ਚਾਹੀਦੇ ਆ ਹਾਂਜੀ ਜਿਨ੍ਹਾਂ ਤੋਂ ਤੁਸੀਂ ਆਪਣੇ ਆਪ ਨੂੰ ਮੋਟੀਵੇਟ ਕਰਕੇ ਇੱਕ ਵਧੀਆ ਕੰਮ ਵੱਲ ਤੁਰਦੇ ਹੋ। ਸੋ ਲਾਸਟ ਤੇ ਮੈਂ ਇਹੀ ਚੀਜ਼ ਪੁੱਛਣਾ ਚਾਹੂੰਗਾ ਕਿ ਤੁਸੀਂ ਅੱਜ ਦੀ ਜਨਰੇਸ਼ਨ ਨੂੰ ਜਾਂ ਹਾਊਸ ਵਾਈਫ ਨੂੰ ਕੀ ਮੈਸੇਜ ਦੇਣਾ ਚਾਹੋਗੇ? ਹਾਂਜੀ, ਮੈਂ ਇਹੀ ਕਹਿਣਾ ਚਾਹੂੰਗੀ ਸਾਰਿਆਂ ਨੂੰ, ਜੇ ਤੁਹਾਡੇ ਵਿੱਚ ਕੁਝ ਵੀ ਲੱਗਦਾ ਹੈਗਾ ਤੁਹਾਨੂੰ ਵੀ ਅਸੀਂ ਕਰ ਸਕਦੇ ਹੈਗੇ ਆ ਬਿਨਾਂ ਕਿਸੇ ਹੈਜ਼ਿਟੇਸ਼ਨ, ਜੀ। ਤੁਸੀਂ ਜ਼ਰੂਰ ਉਹ ਕੰਮ ਨੂੰ ਕਰੋ। ਜੇ ਤੁਹਾਨੂੰ ਕੋਈ ਡੀਮੋਟੀਵੇਟ ਵੀ ਕਰਦਾ, ਤੁਸੀਂ ਸਿਰਫ ਸਭ ਤੋਂ ਪਹਿਲਾਂ ਆਪਣਾ ਸੋਚੋ, ਕਿਉਂਕਿ ਲੋਕਾਂ ਦੀਆਂ ਗੱਲਾਂ ਤੇ ਆਪਾਂ ਜ਼ਿਆਦਾ ਜੀ। ਧਿਆਨ ਨਹੀਂ ਦੇਣਾ, ਕਿਉਂਕਿ ਜ਼ਿਆਦਾ ਸਟ੍ਰੈਸ ਅੱਜ ਕੱਲ ਹਾਊਸ ਵਾਈਫਸ ਨੂੰ ਹੈਗਾ। ਜੀ। ਨਾਲੇ ਘਰ ਦਾ ਕੰਮ ਵੀ ਕਰਨਾ, ਬੱਚੇ ਵੀ ਸਾਂਭਣੇ ਤੇ ਜੀ। ਨਾਲ ਫਿਰ ਆਪਣੇ ਕਿਤੇ ਉਹ ਆਪਣੇ ਆਪ ਨੂੰ ਪਿੱਛੇ ਛੱਡਦੀਆਂ ਜਾਂਦੀਆਂ ਹੈਗੀਆਂ। ਜੀ, ਉਸੇ ਦਾਇਰੇ 'ਚ ਹਾਂਜੀ, ਉਹਨੇ ਆਪਣੇ ਆਪ ਉਹ ਨੂੰ- ਆਪਣੇ ਉਹਨਾਂ ਨੇ ਸਰਕਲ ਬਣਾਇਆ ਹੋਇਆ, ਉਹੀ ਜੀ। ਰੂਟੀਨ ਉਹ ਡੇਲੀ ਉਹ ਯੂਜ਼ ਕਰਦੇ ਰਹਿੰਦੇ ਹੈਗੇ ਜੀ, ਕੁਝ ਬਿਲਕੁਲ। ਆਪਣੇ ਆਪ ਨੂੰ ਨਵਾਂ। ਕਿਉਂਕਿ ਅੱਜ ਕੱਲ ਆਪਾਂ ਦੇਖਦੇ ਹਾਂ ਨਾ, ਕਿੰਨੇ ਵੀ ਪੜ੍ਹੇ ਲਿਖੇ ਵੀ ਜਿਹੜੀਆਂ ਕੁੜੀਆਂ ਹੈਗੀਆਂ ਉਹ ਸਿਰਫ ਹਾਊਸ ਵਾਈਫ ਬਣ ਕੇ ਬੈਠ ਗਈਆਂ। ਹਾਊਸ ਵਾਈਫ ਬਣਨਾ ਕੋਈ ਮਾੜੀ ਗੱਲ ਨਹੀਂ ਹੈਗੀ, ਪਰ ਜੇ ਤੁਹਾਨੂੰ ਲੱਗਦਾ ਹੈਗਾ ਤੁਹਾਨੂੰ ਵੀ ਅਸੀਂ ਆਹ ਚੀਜ਼ ਕਰ ਸਕਦੇ, ਘਰ ਬੈਠੇ ਬੈਠੇ ਜ਼ਰੂਰ ਕਰੋ ਤੁਸੀਂ ਉਹ ਚੀਜ਼ ਨੂੰ। ਆਪਣੇ ਕਿਸੇ ਵੀ ਡ੍ਰੀਮ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਸਿਰਫ ਆਪ ਹੀ ਕੋਸ਼ਿਸ਼ ਕਰਨੀ ਪੈਂਦੀ ਆ, ਕੋਈ ਤੁਹਾਡੀ ਮਤਲਬ ਤੁਹਾਨੂੰ ਹੈਲਪ ਨਹੀਂ ਕਰਦਾ ਹੈਗਾ। ਜੀ, ਬਹੁਤ ਸੋਹਣਾ ਦੋਸਤੋ ਮੈਸੇਜ ਕਿ ਜੇ ਤੁਸੀਂ ਆਪਣੇ ਡ੍ਰੀਮਸ ਪੂਰਾ ਕਰਨਾ ਚਾਹੁੰਦੇ ਹੋ ਤੇ ਉਹ ਸਿਰਫ ਤੁਸੀਂ ਆਪ ਹੀ ਕਰ ਸਕਦੇ ਹੋ, ਕੋਈ ਦੂਸਰਾ ਬੰਦਾ ਤੁਹਾਡੇ ਡ੍ਰੀਮ ਪੂਰੇ ਨਹੀਂ ਕਰ ਸਕਦਾ। ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ। ਮੈਡਮ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਇਹਨਾਂ ਨੇ ਟਾਈਮ ਕੱਢਿਆ ਤੇ ਆਪਣੇ ਐਕਸਪੀਰੀਅੰਸ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖੇ। ਸੋ ਇਹਨਾਂ ਦੇ ਐਕਸਪੀਰੀਅੰਸ ਨੂੰ ਦੇਖ ਕੇ ਕੁਝ ਹਾਊਸ ਵਾਈਫ ਦੇ ਵਿੱਚ ਮੋਟੀਵੇਸ਼ਨ ਵੀ ਆਏਗੀ, ਮੋਟੀਵੇਟ ਹੋਣਗੀਆਂ ਤੇ ਉਹ ਆਪਣਾ ਟੈਲੈਂਟ ਜੇ ਦਿਖਾਉਣਾ ਚਾਹਣ ਤੇ ਅਸੀਂ ਉਹਨਾਂ ਨੂੰ ਫ੍ਰੀ ਆਫ ਕੋਸਟ ਪ੍ਰਮੋਟ ਕਰਨ ਲਈ ਤਿਆਰ ਹਾਂ। ਤੇ ਸਾਡਾ ਨੰਬਰ ਸਕਰੀਨ ਦੇ ਉੱਤੇ ਹੈ, ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਲਾਸਟ ਤੇ ਮੈਮ ਤੁਸੀਂ ਸਾਡੇ YouTube ਚੈਨਲ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ, ਇਹ ਬਹੁਤ ਵਧੀਆ ਉਪਰਾਲਾ ਹੈਗਾ। ਜੀ। ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਮਿਲ ਕੇ, ਤੇ ਮੈਂ ਵੀ ਚਾਹੁੰਦੀ ਹੈਗੀ ਆ ਜੇ ਕੋਈ ਵੀ ਆਪਣੇ ਟੈਲੈਂਟ ਨੂੰ ਦਿਖਾਉਣਾ ਚਾਹੁੰਦਾ ਹੈਗਾ ਜਾਂ ਸਪੋਜ਼ ਕਰੋ ਕੁਝ ਵੀ ਤੁਹਾਡੇ 'ਚ ਖਾਸੀਅਤ ਹੈਗੀ ਆ, ਤੁਸੀਂ ਪਲੀਜ਼ ਟਰੂ ਪ੍ਰਮੋਸ਼ਨ ਨੂੰ ਕੰਟੈਕਟ ਕਰੋ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਇੰਨੇ ਜੋਗੀ ਸਮਝਿਆ ਕਿ ਮੈਂ ਤੁਹਾਡੇ ਨਾਲ ਰੂਬਰੂ ਹੋ ਸਕਾਂ। ਥੈਂਕ ਯੂ ਵੈਰੀ ਮਚ। Thank you. ਸੋ ਦੋਸਤੋ ਸਾਰਿਆਂ ਦਾ ਥੈਂਕ ਯੂ ਵੈਰੀ ਮਚ। ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਟਰੂ ਪ੍ਰਮੋਸ਼ਨ ਤੁਹਾਡੇ ਲਈ ਹਮੇਸ਼ਾ ਖੜਾ ਹੈ। ਥੈਂਕ ਯੂ ਵੈਰੀ ਮਚ।